ਸਤਿ ਸ਼੍ਰੀ ਅਕਾਲ ਜੀ। ਮੇਰੇ ਵਿਆਹ ਤੋਂ ਬਾਅਦ ਮੈਂ ਆਪਣੇ ਪਤੀ ਦੇ ਨਾਲ ਸ਼ਹਿਰ ਵਿੱਚ ਆ ਕੇ ਰਹਿਣ ਲੱਗੀ। ਜਦ ਮੈਂ ਪ੍ਰੈਗਨੈਂਟ ਹੋਈ ਤਾਂ ਮੇਰੀ ਤਬੀਅਤ ਜ਼ਿਆਦਾ ਖਰਾਬ ਰਹਿਣ ਲੱਗੀ ਸੀ। ਇਸ ਲਈ ਮੈਂ ਇੱਕ 24-25 ਸਾਲ ਦੀ ਗੂੰਗੀ ਲੜਕੀ ਨੂੰ ਕੰਮ 'ਤੇ ਰੱਖ ਲਿਆ। ਮੇਰੇ ਪਤੀ ਆਪਣੇ ਕੰਮ ਦੀ ਵਜ੍ਹਾ ਨਾਲ ਕਈ ਵਾਰ ਤਾਂ ਬਹੁਤ ਲੇਟ ਆਉਂਦੇ ਅਤੇ ਕਈ ਵਾਰ ਆਉਂਦੇ ਹੀ ਨਾ। ਇਸ ਲਈ ਮੈਂ ਉਸ ਕੁੜੀ ਨੂੰ ਰਾਤ ਨੂੰ ਆਪਣੇ ਕੋਲ ਹੀ ਰੱਖ ਲੈਂਦੀ ਸੀ। ਇੱਕ ਦਿਨ ਮੈਂ ਉਸ ਨੂੰ ਅਜੀਬ ਹਾਲਤ ਵਿੱਚ ਵੇਖ ਲਿਆ। ਉਸ ਨੂੰ ਵੇਖ ਕੇ ਮੇਰੀ ਰੂਹ ਕੰਬ ਗਈ, ਕਿਉਂਕਿ ਉਹ ਤਾਂ ਮੇਰਾ ਨਾਮ ਰੂਬੀ ਹੈ। ਮੇਰੇ ਪਤੀ ਵਿਜੇ ਇੱਕ ਕੰਪਨੀ ਵਿੱਚ ਜੌਬ ਕਰਦੇ ਸੀ। ਮੈਂ 2 ਭਰਾਵਾਂ ਦੀ ਇਕੱਲੀ ਭੈਣ ਆ, ਇਸ ਲਈ ਘਰ ਵਿੱਚ ਸਭ ਦੀ ਲਾਡਲੀ ਸੀ। ਵਿਜੇ ਸਾਡੇ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਰਹਿੰਦਾ ਸੀ। ਉਸਨੇ ਖੁਦ ਮੇਰਾ ਹੱਥ ਮੰਗਿਆ ਸੀ। ਦਰਅਸਲ ਵਿਜੇ ਦੇ ਮਾਤਾ-ਪਿਤਾ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਜਦ ਉਹ ਮੇਰੇ ਲਈ ਰਿਸ਼ਤਾ ਲੈ ਕੇ ਆਇਆ ਤਾਂ ਮੇਰੇ ਮੰਮੀ-ਪਾਪਾ ਨੇ ਤੁਰੰਤ ਹਾਂ ਕਰ ਦਿੱਤੀ ਅਤੇ ਸਾਡਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਵਿਜੇ ਦਾ ਟਰਾਂਸਫਰ ਦੂਜੇ ਸ਼ਹਿਰ ਵਿੱਚ ਹੋ ਗਿਆ। ਮੈਂ ਵੀ ਉਹਨਾਂ ਦੇ ਨਾਲ ਹੀ ਦੂਜੇ ਸ਼ਹਿਰ ਆ ਗਈ ਸੀ। ਅਸੀਂ ਇੱਕ ਅਪਾਰਟਮੈਂਟ ਵਿੱਚ 3ਜੀ ਮੰਜ਼ਿਲ ਵਿੱਚ ਫਲੈਟ ਲਿਆ ਸੀ। ਅਸੀਂ ਆਪਣਾ ਫਲੈਟ ਬਹੁਤ ਚੰਗੀ ਤਰ੍ਹਾਂ ਨਾਲ ਸਜਾਇਆ ਸੀ। ਵਿਜੇ ਮੈਨੂੰ ਬਹੁਤ ਪਿਆਰ ਕਰਦਾ ਅਤੇ ਮੇਰਾ ਬਹੁਤ ਖਿਆਲ ਰੱਖਦਾ। ਉਹ ਮਨ ਦੇ ਬਹੁਤ ਸਾਫ਼ ਇਨਸਾਨ ਸੀ। ਕੁਝ ਮਹੀਨੇ ਸਾਡੇ ਐਵੇਂ ਹੀ ਹੱਸਦੇ ਖੇਡਦਿਆਂ ਲੰਘ ਗਏ। ਫਿਰ ਮੈਂ ਪ੍ਰੈਗਨੈਂਟ ਹੋ ਗਈ। ਇਸ ਗੱਲ 'ਤੇ ਵਿਜੇ ਬਹੁਤ ਖੁਸ਼ ਹੋਏ। ਇਸ ਸਮੇਂ ਦੌਰਾਨ ਵਿਜੇ ਦਾ ਪ੍ਰਮੋਸ਼ਨ ਵੀ ਹੋ ਗਿਆ, ਜਿਸ ਨਾਲ ਉਸ ਦਾ ਕੰਮ ਹੋਰ ਵੀ ਵੱਧ ਗਿਆ। ਹੁਣ ਉਹ ਆਪਣੇ ਕੰਮ ਵਿੱਚ ਜ਼ਿਆਦਾ ਵਿਅਸਤ ਰਹਿਣ ਲੱਗੇ। ਮੈਂ ਦਿਨ ਵਿੱਚ ਕੰਮ ਕਰਕੇ ਹੋਰ ਜ਼ਿਆਦਾ ਥੱਕਣ ਲੱਗੀ ਸੀ। ਇਸ ਲਈ ਅਸੀਂ ਇੱਕ ਨੌਕਰ ਰੱਖਣ ਦੀ ਸੋਚੀ, ਪਰ ਸਾਡੀ ਇੱਥੇ ਜ਼ਿਆਦਾ ਜਾਣ ਪਛਾਣ ਨਹੀਂ ਸੀ। ਇਸ ਲਈ ਅਸੀਂ ਬਿਲਡਿੰਗ ਦੇ ਸਿਕਿਉਰਿਟੀ ਗਾਰਡ ਤੋਂ ਇੱਕ ਨੌਕਰ ਲੱਭਣ ਵਿੱਚ ਮਦਦ ਮੰਗੀ। ਕੁਝ ਦਿਨਾਂ ਬਾਅਦ ਉਸ ਨੇ ਇੱਕ ਔਰਤ ਨੂੰ ਸਾਡੇ ਫਲੈਟ 'ਤੇ ਭੇਜਿਆ, ਜਿਸ ਦਾ ਨਾਂ ਸੀਮਾ ਸੀ। ਉਸ ਨੇ ਦੱਸਿਆ ਕਿ ਉਹ ਨਾਲ ਵਾਲੀ ਬਿਲਡਿੰਗ ਦੇ ਵਿੱਚ ਵੀ 2 ਘਰਾਂ ਵਿੱਚ ਕੰਮ ਕਰਦੀ ਆ। ਉਸ ਦੇ 2 ਬੱਚੇ ਨੇ ਅਤੇ ਉਸ ਦਾ ਪਤੀ ਰਿਕਸ਼ਾ ਚਲਾਉਂਦਾ ਆ। ਇਸ ਤੋਂ ਜ਼ਿਆਦਾ ਹੋਰ ਉਸ ਬਾਰੇ ਜਾਣਨ ਦੀ ਜ਼ਰੂਰਤ ਸਾਨੂੰ ਨਹੀਂ ਲੱਗੀ। ਸੀਮਾ ਸਵੇਰੇ 7 ਵਜੇ ਆ ਜਾਂਦੀ ਸੀ ਅਤੇ 10 ਵਜੇ ਤੱਕ ਸਾਰਾ ਕੰਮ ਖਤਮ ਕਰਕੇ ਚਲੀ ਜਾਂਦੀ ਸੀ। ਜਦੋਂ ਉਹ ਕੰਮ 'ਤੇ ਆਉਂਦੀ ਤਾਂ ਵਿਜੇ ਦਾ ਵੀ ਆਫਿਸ ਜਾਣ ਦਾ ਟਾਈਮ ਹੁੰਦਾ ਸੀ। ਇਸ ਲਈ ਮੈਂ ਜ਼ਿਆਦਾ ਸਮਾਂ ਵਿਜੇ ਦਾ ਨਾਸ਼ਤਾ ਤਿਆਰ ਕਰਨ ਅਤੇ ਟਿਫਨ ਪੈਕ ਕਰਨ ਵਿੱਚ ਰਸੋਈ ਵਿੱਚ ਲੱਗੀ ਰਹਿੰਦੀ। ਹੌਲੀ-ਹੌਲੀ ਸੀਮਾ ਘਰ ਦੇ ਮੈਂਬਰ ਦੀ ਤਰ੍ਹਾਂ ਬਣ ਗਈ ਸੀ। ਹੁਣ ਉਹ ਮੇਰੀ ਛੋਟੇ-ਛੋਟੇ ਕੰਮਾਂ ਵਿੱਚ ਵੀ ਮਦਦ ਕਰਨ ਲੱਗੀ। ਹੌਲੀ-ਹੌਲੀ ਪ੍ਰੈਗਨੈਂਸੀ ਦੇ ਕਾਰਨ ਮੇਰਾ ਦਿਲ ਮਚਲਾਉਣ ਲੱਗਿਆ ਸੀ ਅਤੇ ਹੁਣ ਮੇਰੇ ਲਈ ਖਾਣਾ ਬਣਾਉਣਾ ਵੀ ਮੁਸ਼ਕਲ ਹੁੰਦਾ ਸੀ। ਮੇਰੀ ਅਜਿਹੀ ਹਾਲਤ ਵੇਖ ਕੇ ਇੱਕ ਦਿਨ ਸੀਮਾ ਮੈਨੂੰ ਕਹਿਣ ਲੱਗੀ ਕਿ ਮੈਡਮ, ਮੇਰੀ ਇੱਕ ਛੋਟੀ ਭੈਣ ਹੈ, ਵਿਚਾਰੀ ਗੂੰਗੀ ਆ, ਇਸ ਲਈ ਉਸ ਦਾ ਵਿਆਹ ਵੀ ਨਹੀਂ ਹੋ ਰਿਹਾ। ਜੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਤੁਹਾਡੀ ਡਿਲੀਵਰੀ ਹੋਣ ਤੱਕ ਉਸ ਨੂੰ ਖਾਣਾ ਬਣਾਉਣ ਲਈ ਰੱਖ ਲਓ। ਤੁਸੀਂ ਆਪਣੇ ਹਿਸਾਬ ਨਾਲ ਉਸ ਨੂੰ ਤਨਖਾਹ ਦੇ ਦੇਣਾ। ਸਵੇਰੇ ਉਹ ਮੇਰੇ ਨਾਲ ਆ ਜਾਇਆ ਕਰੇਗੀ ਅਤੇ ਸ਼ਾਮ ਨੂੰ ਮੈਂ ਉਸ ਨੂੰ ਲੈਣ ਆ ਜਾਇਆ ਕਰਾਂਗੀ। ਮੈਨੂੰ ਅਤੇ ਵਿਜੇ ਨੂੰ ਉਸ ਦੀ ਇਹ ਗੱਲ ਠੀਕ ਲੱਗੀ ਅਤੇ ਅਸੀਂ ਹਾਂ ਕਰ ਦਿੱਤੀ। ਅਗਲੇ ਦਿਨ ਸੀਮਾ ਆਪਣੇ ਨਾਲ ਇੱਕ 24-25 ਸਾਲ ਦੀ ਲੜਕੀ ਨੂੰ ਲੈ ਆਈ। ਉਸ ਨੇ ਉਸ ਦਾ ਨਾਮ ਲੀਲਾ ਦੱਸਿਆ ਅਤੇ ਕਿਹਾ ਕਿ ਇਹ ਗੂੰਗੀ ਹੈ। ਮੈਨੂੰ ਉਸ 'ਤੇ ਬਹੁਤ ਤਰਸ ਆਇਆ। ਵੇਖਣ ਵਿੱਚ ਉਹ ਬਹੁਤ ਸੋਹਣੀ ਸੀ। ਲੀਲਾ ਸਾਡੇ ਘਰ ਖਾਣਾ ਬਣਾਉਣ ਦਾ ਕੰਮ ਕਰਨ ਲੱਗੀ ਸੀ। ਉਹ ਸਾਰਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੀ ਅਤੇ ਸਮੇਂ ਨਾਲ ਕਰ ਲੈਂਦੀ ਸੀ। ਉਸ ਨੇ ਮੈਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਉਹ ਮੇਰਾ ਵੀ ਖਿਆਲ ਰੱਖਦੀ ਸੀ। ਮੈਂ ਅਤੇ ਵਿਜੇ ਉਸ ਦੇ ਕੰਮ ਤੋਂ ਬਹੁਤ ਖੁਸ਼ ਸੀ। ਕਦੇ-ਕਦੇ ਵਿਜੇ ਨੂੰ ਕੰਮ ਦੇ ਸਿਲਸਿਲੇ ਵਿੱਚ ਬਾਹਰ ਹੀ ਰੁਕਣਾ ਪੈਂਦਾ ਸੀ। ਇਸ ਲਈ ਮੈਂ ਲੀਲਾ ਨੂੰ ਆਪਣੇ ਕੋਲ ਹੀ ਰੋਕ ਲਿਆ ਕਰਦੀ ਸੀ। ਲੀਲਾ ਵਿਜੇ ਦਾ ਕੁਝ ਖਾਸ ਹੀ ਖਿਆਲ ਰੱਖਦੀ ਸੀ, ਪਰ ਮੈਨੂੰ ਇਸ ਗੱਲ ਦਾ ਕਦੇ ਬੁਰਾ ਨਹੀਂ ਲੱਗਿਆ ਅਤੇ ਨਾ ਹੀ ਮੈਂ ਇਸ ਗੱਲ ਵੱਲ ਜ਼ਿਆਦਾ ਧਿਆਨ ਦਿੱਤਾ।
ਇਹਨਾਂ ਦਿਨਾਂ ਵਿੱਚ ਮੇਰੀ ਤਬੀਅਤ ਵੀ ਕੁਝ ਜ਼ਿਆਦਾ ਹੀ ਖਰਾਬ ਰਹਿਣ ਲੱਗ ਦੇ ਕਾਰਨ ਮੈਂ ਵੈਸੇ ਵੀ ਪਰੇਸ਼ਾਨ ਹੀ ਰਹਿੰਦੀ ਸੀ। ਲੀਲਾ ਵਿਜੇ ਦੇ ਬੂਟ ਪਾਲਿਸ਼ ਕਰਕੇ ਰੱਖ ਦਿੰਦੀ ਸੀ। ਉਸਦੇ ਕੱਪੜੇ ਪ੍ਰੈਸ ਕਰਕੇ ਵਾਸ਼ਰੂਮ ਵਿੱਚ ਵੀ ਰੱਖ ਦਿੰਦੀ ਸੀ। ਕਈ ਵਾਰ ਮੈਨੂੰ ਇਹ ਗੱਲ ਖਟਕਦੀ ਵੀ, ਪਰ ਫਿਰ ਮੈਨੂੰ ਆਪਣੇ ਆਪ 'ਤੇ ਹੀ ਸ਼ਰਮ ਆਉਂਦੀ ਕਿ ਮੈਂ ਇੱਕ ਗੂੰਗੀ ਲੜਕੀ 'ਤੇ ਸ਼ੱਕ ਕਰ ਰਹੀ ਹਾਂ। ਮੈਨੂੰ ਹੁਣ 5ਵਾਂ ਮਹੀਨਾ ਸ਼ੁਰੂ ਹੋ ਗਿਆ ਸੀ। ਇੱਕ ਦਿਨ ਵਿਜੇ ਆਪਣੇ ਆਫਿਸ ਦੀ ਫਾਈਲ ਲੈ ਕੇ ਘਰ ਆਏ ਤੇ ਆਉਂਦੇ ਹੀ ਡਰਾਇੰਗ ਰੂਮ ਵਿੱਚ ਬੈਠ ਕੇ ਕੰਮ ਕਰਨ ਲੱਗੇ। ਮੇਰੀ ਤਬੀਅਤ ਠੀਕ ਨਾ ਹੋਣ ਕਾਰਨ ਮੈਂ ਲੀਲਾ ਨੂੰ ਆਪਣੇ ਕੋਲ ਹੀ ਰੋਕ ਲਿਆ ਸੀ। ਮੈਂ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਤੇ ਵਿਜੇ ਆਪਣੇ ਕੰਮ ਵਿੱਚ ਬਿਜੀ ਸੀ। ਅਚਾਨਕ ਰਾਤ ਦੇ 12 ਵਜੇ ਕਿਸੇ ਤਰ੍ਹਾਂ ਦੀ ਆਵਾਜ਼ ਆਉਣ ਦੇ ਕਾਰਨ ਮੇਰੀ ਅੱਖ ਖੁੱਲ੍ਹ ਗਈ। ਵਿਜੇ ਬੈੱਡ 'ਤੇ ਨਹੀਂ ਸਨ। ਉਹਨਾਂ ਦੇ ਜ਼ੋਰ ਦੀ ਬੋਲਣ ਦੀ ਆਵਾਜ਼ ਆਈ। ਮੈਂ ਜਲਦੀ ਨਾਲ ਡਰਾਇੰਗ ਰੂਮ ਵਿੱਚ ਗਈ ਤੇ ਸਾਹਮਣੇ ਦਾ ਦ੍ਰਿਸ਼ ਵੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਲੀਲਾ ਕਿਸੇ ਤਰ੍ਹਾਂ ਨਾਲ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸਦੇ ਕੱਪੜੇ ਕਈ ਜਗ੍ਹਾ ਤੋਂ ਫਟੇ ਹੋਏ ਸੀ। ਮੈਨੂੰ ਵੇਖ ਕੇ ਵਿਜੇ ਬੇਚੈਨ ਹੋ ਗਿਆ। ਆਪਣਾ ਪੱਖ ਰੱਖਦੇ ਹੋਏ ਉਹ ਬੋਲੇ ਕਿ ਰੂਬੀ, ਮੈਂ ਕੁਝ ਨਹੀਂ ਕੀਤਾ। ਇਹ ਪਿੱਛੇ ਤੋਂ ਆ ਕੇ ਮੈਨੂੰ ਚਿਪਕਣ ਲੱਗੀ ਸੀ। ਜਦ ਮੈਂ ਇਸ ਨੂੰ ਧੱਕਾ ਦਿੱਤਾ ਤਾਂ ਇਹ ਖੁਦ ਦੇ ਹੀ ਕੱਪੜੇ ਫਾੜਨ ਲੱਗੀ। ਲੀਲਾ ਮੈਨੂੰ ਵੇਖ ਕੇ ਮੇਰੇ ਗਲੇ ਲੱਗ ਕੇ ਰੋਣ ਲੱਗੀ। ਉਸ ਦੀ ਅਜਿਹੀ ਹਾਲਤ ਵੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਮੈਂ ਗੁੱਸੇ ਨਾਲ ਵਿਜੇ ਨੂੰ ਕਿਹਾ ਕਿ ਮੈਨੂੰ ਕਦੇ ਨਹੀਂ ਲੱਗਿਆ ਸੀ ਕਿ ਤੁਸੀਂ ਇੰਨੀ ਨੀਚ ਹਰਕਤ ਕਰ ਸਕਦੇ ਹੋ। ਵਿਜੇ ਕਹਿਣ ਲੱਗੇ ਕਿ ਨਹੀਂ ਰੂਬੀ, ਇਹ ਸਭ ਝੂਠ ਹੈ। ਵਿਜੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਮੈਂ ਵਿਜੇ ਦੀ ਇੱਕ ਨਾ ਸੁਣੀ ਤੇ ਲੀਲਾ ਨੂੰ ਆਪਣੇ ਨਾਲ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਉਸ ਨੂੰ ਪਾਣੀ ਪਿਲਾ ਕੇ ਸ਼ਾਂਤ ਕੀਤਾ। ਮੈਂ ਆਪਣੇ ਹੱਥ ਜੋੜ ਕੇ ਲੀਲਾ ਤੋਂ ਮਾਫ਼ੀ ਮੰਗੀ। ਮੈਂ ਆਪਣੇ ਆਪ ਨੂੰ ਹੀ ਇਸ ਲਈ ਜ਼ਿੰਮੇਵਾਰ ਮੰਨ ਰਹੀ ਸੀ ਕਿਉਂਕਿ ਮੇਰੇ ਕਹਿਣ 'ਤੇ ਹੀ ਉਹ ਰਾਤ ਨੂੰ ਰੁਕੀ ਸੀ। ਮੈਂ ਲੀਲਾ ਨੂੰ ਆਪਣੇ ਕੋਲ ਹੀ ਸੌਣ ਲਈ ਕਿਹਾ। ਦੂਜੇ ਦਿਨ ਸੀਮਾ ਦੇ ਆਉਂਦੇ ਹੀ ਲੀਲਾ ਨੇ ਉਸ ਨੂੰ ਇਸ਼ਾਰਿਆਂ ਨਾਲ ਸਭ ਕੁਝ ਦੱਸ ਦਿੱਤਾ। ਸੀਮਾ ਨੇ ਬਹੁਤ ਤਮਾਸ਼ਾ ਕੀਤਾ ਤੇ ਪੁਲਿਸ ਨੂੰ ਫੋਨ ਕਰ ਦਿੱਤਾ। ਮੈਂ ਤੇ ਵਿਜੇ ਨੇ ਸੀਮਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਸੀ। ਇਸ 'ਤੇ ਉਹ ਕਹਿਣ ਲੱਗੀ ਕਿ ਕੀ ਮੈਡਮ, ਤੁਸੀਂ ਵੀ ਆਪਣੇ ਪਤੀ ਨੂੰ ਬਚਾਉਣ ਵਿੱਚ ਲੱਗ ਗਏ? ਲੀਲਾ ਦੀ ਜਗ੍ਹਾ ਜੇ ਤੁਹਾਡੀ ਖੁਦ ਦੀ ਭੈਣ ਹੁੰਦੀ ਤਾਂ 10 ਮਿੰਟ ਵਿੱਚ ਪੁਲਿਸ ਆ ਗਈ। ਵਿਜੇ ਸੀਮਾ ਤੇ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਨਿਰਦੋਸ਼ ਕਹਿ ਰਿਹਾ ਸੀ, ਪਰ ਕਿਸੇ ਨੇ ਇੱਕ ਨਾ ਸੁਣੀ। ਮੈਂ ਸਿਰ ਫੜ ਕੇ ਸੋਫੇ 'ਤੇ ਬੈਠ ਗਈ। ਪੁਲਿਸ ਨੇ ਵਿਜੇ ਨੂੰ ਥਾਣੇ ਆਉਣ ਲਈ ਕਿਹਾ। ਵਿਜੇ ਬਹੁਤ ਜ਼ਿਆਦਾ ਡਰ ਗਏ ਸਨ ਤੇ ਪੁਲਿਸ ਦੀਆਂ ਮਿੰਨਤਾਂ ਕਰ ਰਹੇ ਸਨ। ਫਿਰ ਪੁਲਿਸ ਨੇ 50,000 ਰੁਪਏ ਸੀਮਾ ਨੂੰ ਦੇਣ ਲਈ ਕਿਹਾ ਤੇ ਮਾਮਲਾ ਇੱਥੇ ਹੀ ਖ਼ਤਮ ਕਰ ਦਿੱਤਾ ਗਿਆ। ਉਸ ਦਿਨ ਤੋਂ ਬਾਅਦ ਉਹ ਦੋਨੇ ਸਾਡੇ ਘਰ ਨਹੀਂ ਆਈਆਂ ਤੇ ਮੈਂ ਵੀ ਵਿਜੇ ਨਾਲ ਗੱਲ ਕਰਨਾ ਬੰਦ ਕਰ ਦਿੱਤੀ ਸੀ। ਇੱਕ ਸ਼ਰੀਫ ਦਿਖਣ ਵਾਲਾ ਇਨਸਾਨ ਇੰਨੀ ਨੀਚ ਹਰਕਤ ਕਰ ਸਕਦਾ ਹੈ, ਇਹ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਹੁਣ ਉਸ ਨਾਲ ਰਹਿਣਾ ਨਹੀਂ ਚਾਹੁੰਦੀ ਸੀ, ਪਰ ਆਪਣੇ ਬੱਚੇ ਦੀ ਖਾਤਰ ਮੈਨੂੰ ਆਪਣਾ ਫੈਸਲਾ ਬਦਲਣਾ ਪਿਆ। ਇਹ ਗੱਲ ਜਦ ਮੇਰੇ ਮਾਤਾ-ਪਿਤਾ ਨੂੰ ਪਤਾ ਚੱਲੀ ਤਾਂ ਉਹ ਵੀ ਬਹੁਤ ਦੁਖੀ ਹੋਏ। ਉਸ ਤੋਂ 4 ਮਹੀਨੇ ਬਾਅਦ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਇਹਨਾਂ 4 ਮਹੀਨਿਆਂ ਵਿੱਚ ਮੈਂ ਬਹੁਤ ਹੀ ਮਾਨਸਿਕ ਤੇ ਸਰੀਰਕ ਕਸ਼ਟ ਝੱਲੇ ਸਨ। ਮੇਰੇ ਮਾਤਾ-ਪਿਤਾ ਮੇਰੇ ਕੋਲ ਹੀ ਆ ਗਏ ਤੇ ਮੇਰੇ ਬੱਚੇ ਦਾ ਵੀ ਖਿਆਲ ਰੱਖਦੇ ਸਨ। ਵਿਜੇ ਵੀ ਮੇਰਾ ਬਹੁਤ ਖਿਆਲ ਰੱਖਦੇ ਸਨ, ਪਰ ਉਹਨਾਂ ਨੇ ਜੋ ਲੀਲਾ ਨਾਲ ਕੀਤਾ ਉਸ ਨੂੰ ਮੈਂ ਸ਼ਾਇਦ ਕਦੇ ਭੁੱਲ ਹੀ ਨਹੀਂ ਸਕਦੀ। 2 ਮਹੀਨੇ ਬਾਅਦ ਜਦ ਮੇਰੀ ਤਬੀਅਤ ਠੀਕ ਹੋਣ ਲੱਗੀ ਤਾਂ ਡਾਕਟਰ ਨੇ ਮੈਨੂੰ ਪਾਰਕ ਵਿੱਚ ਘੁੰਮਣ ਦੀ ਸਲਾਹ ਦਿੱਤੀ। ਇੱਕ ਦਿਨ ਪਾਰਕ ਵਿੱਚ ਮੈਨੂੰ ਮੇਰੀ ਇੱਕ ਸਕੂਲ ਦੀ ਸਹੇਲੀ ਰਮਨ ਮਿਲੀ। ਗੱਲਾਂ-ਗੱਲਾਂ ਵਿੱਚ ਉਸਨੇ ਮੈਨੂੰ ਦੱਸਿਆ ਕਿ ਉਸਨੇ ਆਪਣੇ ਘਰ ਇੱਕ ਨੌਕਰਾਣੀ ਰੱਖੀ ਹੈ। ਵਿਚਾਰੀ ਗੂੰਗੀ ਆ। ਮੈਂ ਡਰ ਗਈ। ਫਿਰ ਬੜੀ ਹਿੰਮਤ ਕਰਕੇ ਪੁੱਛਿਆ ਕਿ ਕੀ ਨਾਮ ਹੈ ਉਸਦਾ? ਲੀਲਾ, ਮੇਰੀ ਨੌਕਰ ਦੀ ਭੈਣ ਹੈ। ਰਮਨ ਦੀ ਗੱਲ ਸੁਣ ਕੇ ਮੈਨੂੰ ਥੋੜ੍ਹਾ ਡਰ ਲੱਗਣ ਲੱਗਿਆ। ਮੈਂ ਸੋਚਣ ਲੱਗੀ
ਕਿ ਜੇ ਸੀਮਾ ਤੋਂ ਰਮਨ ਨੂੰ ਮੇਰੇ ਪਤੀ ਦੇ ਚਰਿੱਤਰ ਬਾਰੇ ਪਤਾ ਚੱਲ ਗਿਆ ਤਾਂ ਉਹ ਕੀ ਸੋਚੇਗੀ। ਇਸ ਲਈ ਉਸ ਦਿਨ ਤੋਂ ਬਾਅਦ ਮੈਂ ਰਮਨ ਨਾਲ ਗੱਲ ਕਰਨਾ ਹੀ ਬੰਦ ਕਰ ਦਿੱਤੀ ਸੀ। ਸਮਾਂ ਗੁਜ਼ਰਦਾ ਗਿਆ। ਇੱਕ ਦਿਨ ਮੈਨੂੰ ਹਸਪਤਾਲ ਵਿੱਚ ਰਮਨ ਮਿਲੀ। ਉਸ ਦੇ ਚਿਹਰੇ 'ਤੇ ਬਹੁਤ ਜ਼ਿਆਦਾ ਟੈਨਸ਼ਨ ਸੀ। ਉਹ ਚੁੱਪਚਾਪ ਉੱਥੋਂ ਚਲੀ ਗਈ। ਫਿਰ ਕੁਝ ਦਿਨਾਂ ਬਾਅਦ ਉਹ ਮੈਨੂੰ ਪਾਰਕ ਵਿੱਚ ਮਿਲੀ। ਉਸ ਦਾ ਚਿਹਰਾ ਬਹੁਤ ਮੁਰਝਾਇਆ ਹੋਇਆ ਸੀ। ਪਹਿਲਾਂ ਤਾਂ ਉਸਨੇ ਮੈਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਬਹੁਤ ਵਾਰ ਪੁੱਛਣ 'ਤੇ ਉਹ ਮੇਰੇ ਗਲੇ ਲਾ ਕੇ ਰੋਣ ਲੱਗੀ ਤੇ ਫਿਰ ਉਸਨੇ ਮੈਨੂੰ ਸਾਰੀ ਸੱਚਾਈ ਦੱਸੀ। ਉਸ ਦੀਆਂ ਗੱਲਾਂ ਸੁਣ ਕੇ ਤਾਂ ਮੈਂ ਹੈਰਾਨ ਸੀ। ਉਸਨੇ ਜੋ ਕੁਝ ਦੱਸਿਆ ਸੀ ਉਹ ਬਿਲਕੁਲ ਸੇਮ ਮੇਰੀ ਕਹਾਣੀ ਨਾਲ ਮਿਲ ਰਿਹਾ ਸੀ। ਫਿਰ ਉਸਨੇ ਮੈਨੂੰ ਲੀਲਾ ਦੀ ਫੋਟੋ ਵਿਖਾਈ। ਹੌਲੀ ਹੌਲੀ ਮੇਰੀ ਸਮਝ ਵਿੱਚ ਹੁਣ ਸਭ ਆ ਗਿਆ। ਫਿਰ ਮੈਂ ਵੀ ਉਸ ਨੂੰ ਆਪਣੇ ਨਾਲ ਜੋ ਕੁਝ ਹੋਇਆ ਸਭ ਕੁਝ ਦੱਸ ਦਿੱਤਾ। ਉਹ ਵੀ ਸੋਚਣ ਲੱਗੀ ਕਿ ਸਾਡੇ ਦੋਨਾਂ ਨਾਲ ਇੱਕੋ ਜਿਹਾ ਕਿਵੇਂ ਹੋ ਸਕਦਾ ਹੈ। ਮੈਂ ਰਮਨ ਨੂੰ ਕਿਹਾ ਕਿ ਮੈਂ ਤੈਨੂੰ ਇਹ ਸਭ ਦੱਸਣ ਤੋਂ ਸ਼ਰਮ ਮਹਿਸੂਸ ਕਰ ਰਹੀ ਸੀ, ਪਰ ਜੇ ਮੈਂ ਤੈਨੂੰ ਪਹਿਲਾਂ ਦੱਸ ਦਿੰਦੀ ਤਾਂ ਸ਼ਾਇਦ ਤੇਰੇ ਨਾਲ ਇਹ ਸਭ ਕੁਝ ਨਾ ਹੁੰਦਾ। ਪਰ ਜੋ ਕੁਝ ਹੋਇਆ ਉਸ ਨੂੰ ਕੋਈ ਬਦਲ ਤਾਂ ਨਹੀਂ ਸਕਦਾ। ਤੇ ਇਸੇ ਤਰ੍ਹਾਂ ਲੀਲਾ ਤੇ ਸੀਮਾ ਦਾ ਸੱਚ ਸਾਹਮਣੇ ਆ ਗਿਆ। ਅਸੀਂ ਦੋਨਾਂ ਨੇ ਫੈਸਲਾ ਕੀਤਾ ਕਿ ਲੀਲਾ ਦਾ ਸੱਚ ਕੀ ਹੈ ਅਸੀਂ ਦੋਨੋਂ ਜਾਣ ਕੇ ਰਹਾਂਗੀਆਂ। ਹੁਣ ਅਸੀਂ ਦੋਨੋਂ ਸੀਮਾ ਤੇ ਲੀਲਾ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਲੱਗੀਆਂ। ਇੱਕ ਦਿਨ ਅਸੀਂ ਸੀਮਾ ਦੇ ਘਰ ਪਹੁੰਚੀਆਂ। ਉੱਥੇ ਵੇਖਿਆ ਤਾਂ ਕੁਝ ਔਰਤਾਂ ਪਾਣੀ ਭਰ ਰਹੀਆਂ ਸੀ ਤੇ ਆਪਸ ਵਿੱਚ ਲੜ ਰਹੀਆਂ ਸੀ। ਇੱਕ ਔਰਤ ਬੋਲ ਰਹੀ ਸੀ ਕਿ ਤੁਸੀਂ ਦੋਨੇ ਭੈਣਾਂ ਆਪਣੇ ਆਪ ਨੂੰ ਕੀ ਸਮਝਦੀਆਂ ਹੋ? ਜਦ ਵੇਖੋ ਲੜ ਕੇ ਪਹਿਲਾਂ ਪਾਣੀ ਭਰ ਕੇ ਲੈ ਜਾਂਦੀਆਂ ਹੋ। ਫਿਰ ਦੂਜੀ ਔਰਤ ਦੀ ਆਵਾਜ਼ ਆਈ, ਖਬਰਦਾਰ ਕੋਈ ਅੱਗੇ ਆਇਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਮੈਂ ਤੇ ਰਮਨ ਚੁੱਪਚਾਪ ਖੜੀਆਂ ਇਹ ਸਭ ਦੇਖ ਰਹੀਆਂ ਸੀ। ਜਦ ਅਸੀਂ ਧਿਆਨ ਨਾਲ ਦੇਖਿਆ ਤਾਂ ਅਸੀਂ ਸੁੰਨ ਹੋ ਗਈਆਂ, ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਸਗੋਂ ਲੀਲਾ ਸੀ। ਰਮਨ ਮੈਨੂੰ ਹੱਥ ਫੜ ਕੇ ਗਲੀ 'ਚੋਂ ਬਾਹਰ ਲੈ ਆਈ ਤੇ ਕਹਿਣ ਲੱਗੀ, ਵੇਖਿਆ ਇਹ ਲੀਲਾ ਗੂੰਗੀ ਨਹੀਂ ਆ, ਕਿਸ ਤਰ੍ਹਾਂ ਲੜ ਰਹੀ ਆ। ਇਸ ਦਾ ਮਤਲਬ ਇਹ ਸਾਰਾ ਪਲਾਨ ਇਹਨਾਂ ਦੋਨਾਂ ਭੈਣਾਂ ਦਾ ਹੀ ਸੀ। ਰਮਨ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ। ਮੈਂ ਕਿਹਾ, ਇਹਨਾਂ ਦੋਨਾਂ ਭੈਣਾਂ ਨੇ ਆਪਾਂ ਨੂੰ ਲੁੱਟਿਆ ਹੈ। ਹੋਰ ਤਾਂ ਹੋਰ ਸਾਡੀ ਗ੍ਰਸਤੀ ਵਿੱਚ ਵੀ ਅੱਗ ਲਗਾ ਦਿੱਤੀ। ਇਹਨਾਂ ਨੇ ਸਾਡੀ ਨਜ਼ਰਾਂ ਵਿੱਚ ਸਾਡੇ ਪਤੀਆਂ ਨੂੰ ਨੀਚਾ ਵਿਖਾਇਆ। ਅਸੀਂ ਇਹਨਾਂ ਨੂੰ ਕਦੇ ਮਾफ़ ਨਹੀਂ ਕਰਾਂਗੀਆਂ। ਹੁਣ ਤੱਕ ਮੈਂ ਵਿਜੇ ਨੂੰ ਮਾफ़ ਨਹੀਂ ਕੀਤਾ ਸੀ। ਵਿਆਹ ਤੋਂ ਬਾਅਦ ਇੱਕ ਲੜਕੀ ਨੂੰ ਜਿਹੋ ਜਿਹਾ ਪਤੀ ਚਾਹੀਦਾ ਮੈਨੂੰ ਬਿਲਕੁਲ ਉਵੇਂ ਦਾ ਹੀ ਪਤੀ ਮਿਲਿਆ ਸੀ। ਪਰ ਇਸ ਲੀਲਾ ਦੇ ਕਾਰਨ ਮੈਨੂੰ ਜਿਸ ਸਮੇਂ ਵਿਜੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਸੇ ਸਮੇਂ ਇਹਨਾਂ ਦੋਨਾਂ ਨੇ ਉਹਨਾਂ ਨੂੰ ਮੇਰੇ ਤੋਂ ਦੂਰ ਕਰ ਦਿੱਤਾ। ਮੈਂ ਇਹਨਾਂ ਨੂੰ ਕਦੇ ਮਾफ़ ਨਹੀਂ ਕਰਾਂਗੀ। ਰਮਨ ਵੀ ਕਹਿਣ ਲੱਗੀ ਕਿ ਤੂੰ ਸਹੀ ਕਹਿ ਰਹੀ ਆਂ। ਮੈਂ ਵੀ ਆਪਣੇ ਪਤੀ ਨੂੰ ਬਹੁਤ ਬੁਰਾ ਭਲਾ ਕਿਹਾ। ਚੰਗਾ ਹੋਇਆ ਕਿ ਮੈਂ ਆਪਣੇ ਪੇਕੇ ਨਹੀਂ ਗਈ, ਨਹੀਂ ਤਾਂ ਸਭ ਕੁਝ ਬਰਬਾਦ ਹੋ ਜਾਣਾ ਸੀ। ਇਹਨਾਂ ਨੂੰ ਸਬਕ ਤਾਂ ਸਿਖਾਉਣਾ ਪਵੇਗਾ, ਪਰ ਕਿਵੇਂ? ਮੈਂ ਕਿਹਾ, ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹਾਂ। ਰਮਨ ਨੇ ਮੇਰਾ ਹੱਥ ਫੜਿਆ ਤੇ ਕਿਹਾ ਕਿ ਪਹਿਲਾਂ ਆਪਾਂ ਨੂੰ ਇਹਨਾਂ ਦੇ ਖਿਲਾਫ ਸਬੂਤ ਇਕੱਠੇ ਕਰਨੇ ਪੈਣਗੇ। ਜੇ ਆਪਾਂ ਸਿੱਧੇ ਹੀ ਥਾਣੇ ਵਿੱਚ ਪਹੁੰਚੇ ਤਾਂ ਇਹ ਆਪਾਂ 'ਤੇ ਹੀ ਇਲਜ਼ਾਮ ਲਗਾ ਦੇਣਗੀਆਂ ਕਿ ਇਹ ਝੂਠ ਬੋਲ ਰਹੀਆਂ ਨੇ ਤੇ ਆਪਣੇ ਪਤੀਆਂ ਨੂੰ ਇਸ ਮਾਮਲੇ ਵਿੱਚ ਫਸਾ ਦੇਣਗੀਆਂ। ਆਪਾਂ ਘਰ ਚੱਲਦੇ ਹਾਂ ਤੇ ਵੇਖਦੇ ਹਾਂ ਫਿਰ ਕੀ ਕਰਨਾ ਆ। ਫਿਰ ਅਸੀਂ ਘਰ ਆ ਗਈਆਂ ਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਪਤੀਆਂ ਤੋਂ ਮਾफ़ੀ ਮੰਗੀ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ। ਫਿਰ ਅਸੀਂ ਚਾਰਾਂ ਨੇ ਸਲਾਹ ਕੀਤੀ ਕਿ ਪੁਲਿਸ ਦੀ ਮਦਦ ਨਾਲ ਹੀ ਇਹਨਾਂ ਦਾ ਸੱਚ ਸਾਹਮਣੇ ਲਿਆਂਦਾ ਜਾਏ। ਫਿਰ ਅਸੀਂ ਪੁਲਿਸ ਸਟੇਸ਼ਨ ਪਹੁੰਚੇ ਤੇ ਉਹਨਾਂ ਨੂੰ ਸਭ ਕੁਝ ਦੱਸਿਆ। ਪੁਲਿਸ ਕਹਿਣ ਲੱਗੀ ਕਿ ਪਹਿਲਾਂ ਇਹ ਪਤਾ ਕਰਨਾ ਹੋਵੇਗਾ ਕਿ ਇਹ ਦੋਨੋਂ ਹੁਣ ਇਸ ਵਕਤ ਕਿੱਥੇ ਕੰਮ ਕਰਦੀਆਂ ਨੇ। ਫਿਰ ਛਾਣਬੀਣ ਕਰਕੇ ਪਤਾ ਚੱਲਿਆ ਕਿ ਉਹ ਹੁਣੇ ਹੀ ਦੂਜੇ ਸ਼ਹਿਰ ਤੋਂ ਆਏ ਵਰਮਾ ਪਰਿਵਾਰ ਵਿੱਚ ਕੰਮ ਕਰ ਰਹੀਆਂ ਨੇ। ਪੁਲਿਸ ਨੇ ਵਰਮਾ ਫੈਮਿਲੀ ਨੂੰ ਸਭ ਕੁਝ ਦੱਸਿਆ ਤੇ ਉਹਨਾਂ ਨੂੰ ਮਦਦ ਕਰਨ ਲਈ ਕਿਹਾ। ਪਹਿਲਾਂ ਤਾਂ ਉਹ ਦੋਨੋਂ ਬਹੁਤ ਡਰ ਗਏ
ਤੇ ਕਹਿਣ ਲੱਗੇ ਕਿ ਅਸੀਂ ਉਹਨਾਂ ਨੂੰ ਕੰਮ ਤੋਂ ਕੱਢ ਦੇਵਾਂਗੇ, ਪਰ ਪੁਲਿਸ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਫਿਰ ਉਹ ਸਾਡੀ ਮਦਦ ਕਰਨ ਲਈ ਤਿਆਰ ਹੋ ਗਏ। ਫਿਰ ਪੁਲਿਸ ਨੇ ਉਹਨਾਂ ਦੇ ਘਰ ਵਿੱਚ ਲੁਕੋ ਕੇ ਕੈਮਰਾ ਲਗਾ ਦਿੱਤਾ ਤੇ ਫਿਰ ਉਹਨਾਂ ਦੋਨਾਂ ਭੈਣਾਂ ਨੇ ਉਹੀ ਨਾਟਕ ਕੀਤਾ ਜੋ ਉਹਨਾਂ ਨੇ ਮੇਰੇ ਤੇ ਰਮਨ ਦੇ ਨਾਲ ਕੀਤਾ ਸੀ। ਪਰ ਹੁਣ ਸਿਰਫ ਇਹ ਫਰਕ ਸੀ ਕਿ ਉਹਨਾਂ ਦੀ ਇਹ ਕਰਤੂਤ ਹੁਣ ਕੈਮਰੇ ਵਿੱਚ ਰਿਕਾਰਡ ਹੋ ਗਈ ਸੀ ਤੇ ਜਿਹੜਾ ਆਦਮੀ ਪੁਲਿਸ ਬਣ ਕੇ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰਵਾ ਦਿੰਦਾ ਸੀ, ਉਹ ਕੋਈ ਹੋਰ ਨਹੀਂ ਸਗੋਂ ਸੀਮਾ ਦਾ ਪਤੀ ਸੀ। ਪੁਲਿਸ ਨੇ ਸਬੂਤ ਮਿਲਦੇ ਹੀ ਉਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੀ ਰਕਮ ਉਹਨਾਂ ਨੇ ਵਸੂਲ ਕੀਤੀ ਸੀ ਉਹ ਵੀ ਉਹਨਾਂ ਤੋਂ ਲੈ ਲਈ ਤੇ ਉਹਨਾਂ ਨੂੰ ਧੋਖਾਧੜੀ ਦੇ ਕੇਸ ਵਿੱਚ ਜੇਲ੍ਹ ਦੀ ਹਵਾ ਖਾਣੀ ਪਈ। ਮੈਂ ਰੱਬ ਦਾ ਸ਼ੁਕਰੀਆ ਅਦਾ ਕੀਤਾ ਕਿ ਮੇਰਾ ਪਰਿਵਾਰ ਟੁੱਟਣ ਤੋਂ ਬਚ ਗਿਆ। ਹੁਣ ਮੈਂ ਕਦੇ ਵੀ ਆਪਣੇ ਪਤੀ 'ਤੇ ਸ਼ੱਕ ਨਹੀਂ ਕਰਾਂਗੀ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।